ਹੈਲੋ ਸਟੂਡੈਂਟਸ ਗੁੱਡ ਮਾਰਨਿੰਗ ਬੇਟਾ। ਅੱਜ ਆਪਾਂ ਕਰਾਂਗੇ ਨੈਕਸਟ ਸਾਡਾ ਜਿਹੜਾ ਮੈਥਡ ਆਪਾਂ ਕਰਦੇ ਵੇ ਪੰਜਵਾਂ ਜਾਂ ਛੇਵਾਂ ਹੋਣਾ ਹੈ ਮੋਲ ਫ੍ਰੈਕਸ਼ਨ। ਠੀਕ ਹੈ, ਮੋਲ ਫ੍ਰੈਕਸ਼ਨ ਨੂੰ ਇਹ ਕਿਸ ਤਰ੍ਹਾਂ ਦੀ ਕੁਆਂਟੀਟੀ ਹੁੰਦੀ ਹੈ ਜਿਹਦੇ ਨਾਲ ਡਿਨੋਟ ਕਰਦੀ ਹੈ ਐਕਸ ਵਰਗੀ ਹੁੰਦੀ ਹੈ, ਬਟ ਇਹਨੂੰ ਆਪਾਂ ਕਾਈ ਬੋਲਦੇ ਹਾਂ। ਕਿਆ ਬੋਲਦੇ ਹਾਂ? ਕਾਈ। ਠੀਕ ਹੈ, ਇਹ ਹੁੰਦੀ ਕੀ ਆ? ਜੇ ਆਪਾਂ ਇਹਦੀ ਡੈਫੀਨੇਸ਼ਨ ਲਿਖੀਏ, it is defined as ratio of number of moles of one component to the total number of moles of all components present in the solution. Total number of moles of all components present in the solution. ठीक है, ਇਹਦੀ ਡੈਫੀਨੇਸ਼ਨ ਆ, ਡੈਫੀਨੇਸ਼ਨ ਤੋਂ ਹੀ ਤੁਹਾਨੂੰ ਕਲੀਅਰ ਹੋ ਰਿਹਾ ਆ। ਮੰਨ ਲਓ ਇੱਕ ਤੁਹਾਡੇ ਕੋਲ ਕੋਈ ਬਾਈਨਰੀ ਸੋਲਿਊਸ਼ਨ ਆ। ਬਾਈਨਰੀ ਸੋਲਿਊਸ਼ਨ ਮੀਨਸ ਸੋਲਿਊਸ਼ਨ ਮੇਡ ਅਪ ਆਫ ਟੂ ਕੰਪੋਨੈਂਟਸ A ਤੇ B। ਠੀਕ ਹੈ, A ਤੇ B ਤੋਂ ਬਣਿਆ ਹੋਇਆ। ਜਿਹੜੇ A ਦੇ ਨੰਬਰ ਆਫ ਮੋਲਸ ਆ ਉਹਨੂੰ ਲਿਖਦੇ ਪਏ ਆ Na ਤੇ B ਦੇ ਨੰਬਰ ਆਫ ਮੋਲਸ ਨੂੰ Nb। ਜੇ ਹੁਣ ਤੁਸੀਂ ਕੈਲਕੂਲੇਟ ਕਰਨਾ ਮੋਲ ਫ੍ਰੈਕਸ਼ਨ ਆਫ A, ਜਿਹਦਾ ਮੋਲ ਫ੍ਰੈਕਸ਼ਨ ਕਰਨਾ ਉਹਦੇ ਨੰਬਰ ਆਫ ਮੋਲਸ ਉੱਪਰ ਬਟਾ ਟੋਟਲ ਨੰਬਰ ਆਫ ਮੋਲਸ Na/Na plus Nb। ਜੇ ਆਪਾਂ ਮੋਲ ਫ੍ਰੈਕਸ਼ਨ ਕੱਢਣਾ, ਮੰਨ ਲਓ ਮੋਲ ਫ੍ਰੈਕਸ਼ਨ ਕੱਢਣਾ ਤੁਸੀਂ ਮੋਲ ਫ੍ਰੈਕਸ਼ਨ ਆਫ B, ਜੇ B ਦਾ ਮੋਲ ਫ੍ਰੈਕਸ਼ਨ ਕੱਢਣਾ ਫਿਰ ਕਿਸ ਤਰ੍ਹਾਂ ਕੱਢਾਂਗੇ? Nb/Na plus Nb। ਠੀਕ ਹੈ, ਇਸ ਤਰ੍ਹਾਂ ਕੱਢਣਾ ਹੈ। ਠੀਕ ਹੈ ਬੱਚੇ, ਹੁਣ ਜੇ ਆਪਾਂ ਜਿਹੜਾ A ਹੈ ਇਹਨੂੰ ਡਿਨੋਟ ਕਰਦੇ ਕਾਈ A ਦੇ ਨਾਲ, ਇਹਨੂੰ ਡਿਨੋਟ ਕਰ ਦੇਣਾ ਕਾਈ B ਦੇ ਨਾਲ। ਹੁਣ ਜੇ ਆਪਾਂ ਦੋਨਾਂ ਨੂੰ ਐਡ ਕਰ ਲਈਏ, ਕਾਈ A ਪਲਸ ਕਾਈ B ਇਜ਼ ਇਕੁਅਲ ਟੂ ਬਣ ਜਾਣਾ Na/Na plus Nb। ਫਿਰ ਆਹ ਵਾਲੀ ਚੀਜ਼ Nb/Na plus Nb। ਹੁਣ LCM ਸੇਮ ਆ, ਆਪਾਂ ਇਹਨੂੰ ਇੱਦਾਂ ਲਿਖ ਸਕਦੇ Na plus Nb। ਠੀਕ ਹੈ, ਕਿਉਂਕਿ ਆ ਨੀਚੇ ਸੇਮ ਉੱਪਰ ਕੇ ਬਣ ਗਿਆ Na plus Nb, ਇਹਨਾਂ ਕੱਟ ਕੇ ਕਿਹਾ ਗਿਆ 1। ਆਪਾਂ ਯਾਦ ਰੱਖਣਾ ਕਿ ਮੂਲ ਫ੍ਰੈਕਸ਼ਨ ਦਾ ਜਿਹੜਾ ਸਮ ਆ ਉਹ ਕਿਆ ਹੁੰਦਾ ਆ? ਯੂਨਿਟੀ ਹੁੰਦਾ ਆ। ਸਮ ਆਫ ਮੋਲ ਫ੍ਰੈਕਸ਼ਨ ਆਫ ਆਲ ਕੰਪੋਨੈਂਟਸ ਪ੍ਰੈਜ਼ੈਂਟ ਇਨ ਸੋਲਿਊਸ਼ਨ ਇਜ਼ ਇਕੁਅਲ ਟੂ ਯੂਨਿਟੀ। ਠੀਕ ਹੈ, ਹੁਣ ਦੇਖੋ ਇਹਦੇ ਯੂਨਿਟ ਕੀ ਹੋਣਗੇ? ਉੱਪਰ ਵੀ ਮੋਲਸ ਆ, ਨੀਚੇ ਵੀ ਮੋਲਸ ਆ। ਠੀਕ ਹੈ, ਸੋ ਤੁਸੀਂ ਯਾਦ ਰੱਖਣਾ ਮੋਲ ਫ੍ਰੈਕਸ਼ਨ ਹੈਜ਼ ਨੋ ਯੂਨਿਟ। ਇਹਦੇ ਕੋਈ ਯੂਨਿਟ ਨਹੀਂ ਹੁੰਦੇ ਆ। ਤੇ ਕਾਈ A ਪਲਸ ਕਾਈ B ਦੀ ਵੈਲਿਊ ਕਿਆ ਹੁੰਦੀ ਆ? 1 ਹੁੰਦੀ ਆ। ਐਦਾਂ ਨਿਗਾ ਕਿ ਹਰ ਵਾਰ ਕਾਈ A ਕਾਈ B ਹੀ ਆਣਾ ਆ। ਇਸ ਤਰ੍ਹਾਂ ਵੀ ਹੋ ਸਕਦਾ ਜੇ ਤਿੰਨ ਕੰਪੋਨੈਂਟ ਮੰਨ ਲਓ ਕੋਈ A B C ਆ, ਤਿੰਨ ਕੰਪੋਨੈਂਟ ਨੂੰ ਮਿਕਸ ਕੀਤਾ ਹੋਇਆ। ਹੁਣ ਤੁਸੀਂ ਉਹਦੇ ਵਿੱਚ ਮੋਲ ਫ੍ਰੈਕਸ਼ਨ A ਦੇ ਕੱਢਣੇ ਆ। ਜਿਹਦਾ ਕੱਢਣਾ ਉਹਦੇ ਨੰਬਰ ਆਫ ਮੋਲਸ ਉੱਪਰ ਬਟਾ ਟੋਟਲ Na plus Nb plus Nc। ਠੀਕ ਹੈ, ਹੁਣ ਤੁਹਾਡੇ ਮਾਈਂਡ ਦੇ ਵਿੱਚ ਜੇ ਇਹ ਕੁਐਸਚਨ ਵੀ ਆਉਂਦਾ ਪਿਆ ਕਿ ਨੰਬਰ ਆਫ ਮੋਲਸ ਕਿਵੇਂ ਕੈਲਕੂਲੇਟ ਕਰਦੇ ਆ? ਨੰਬਰ ਆਫ ਮੋਲਸ ਦਾ ਫਾਰਮੂਲਾ ਹੁੰਦਾ ਗਿਵਨ ਮਾਸ ਬਟਾ ਮੋਲਰ ਮਾਸ। ਠੀਕ ਹੈ, ਜਿਹਦਾ ਕੱਢਣੇ ਆ ਨੰਬਰ ਆਫ ਮੋਲਸ ਉਹਦਾ ਗਿਵਨ ਮਾਸ ਅਪੋਨ ਮੋਲਰ ਮਾਸ। ਠੀਕ ਹੈ, ਇਸ ਤਰ੍ਹਾਂ ਹੀ ਕੰਮ ਚੱਲਣਾ ਹੈ। ਕਾਫੀ ਸੌਖਾ ਜਿਹਾ ਕੰਮ ਆ। ਓਕੇ, ਇਹਦੇ ਨਾਲ ਦੇ ਹੁਣ ਆਪਾਂ 2-4 ਨੂਮੈਰੀਕਲ ਕਰਾਂਗੇ ਕਿ ਤੁਹਾਨੂੰ ਥੋੜੀ ਕਲੈਰਿਟੀ ਹੋ ਜਾਵੇ। ਓਕੇ ਬੇਟਾ, ਠੀਕ ਹੈ ਬੱਚੇ। ਸਾਡਾ ਹੁਣ ਨੂਮੈਰੀਕਲ ਕੀ ਹੈ? ਕਹਿੰਦਾ ਕੈਲਕੂਲੇਟ ਮੋਲ ਫ੍ਰੈਕਸ਼ਨ ਆਫ ਗਲੂਕੋਜ਼ when 18 gram glucose dissolve in 36 gram water। ਠੀਕ ਹੈ, ਹੁਣ ਸਭ ਤੋਂ ਪਹਿਲਾਂ ਸਾਨੂੰ ਪਤਾ ਜੇ ਆਪਾਂ ਮੋਲ ਫ੍ਰੈਕਸ਼ਨ ਕੀ ਕੱਢਣਾ, ਮੋਲ ਫ੍ਰੈਕਸ਼ਨ ਆਫ ਗਲੂਕੋਜ਼ ਕੈਲਕੂਲੇਟ ਕਰਨਾ ਆ
ਮੋਲ ਫ੍ਰੈਕਸ਼ਨ ਆਫ ਗਲੂਕੋਜ਼ ਜਿਹਦਾ ਕੈਲਕੂਲੇਟ ਕਰਨਾ ਆ ਉਹਦੇ ਨੰਬਰ ਆਫ ਮੋਲਸ ਉੱਪਰ ਆਪਾਂ ਲਿਖਤਾ n ਗਲੂਕੋਜ਼, मतलब नंबर ऑफ मोल्स ऑफ ग्लूकोज, नीचे की आऊगा n ग्लूकोज प्लस n वाटर। ठीक है, ग्लूकोज ਨੂੰ ਇਦਾਂ ਵੀ ਲਿਖ ਸਕਦੇ C6H12O6, ਇਹਨੂੰ ਇਦਾਂ ਲਿਖ ਦਿੰਦੇ ਹੁੰਦੇ ਜੇ ਸ਼ਾਰਟ ਫਾਰਮ 'ਚ ਲਿਖਣਾ ਹੋਵੇ ਕਾਈ C6H12O6, मतलब कि ਆਪਾਂ ਕਿਹਦੇ ਮੋਲ ਫ੍ਰੈਕਸ਼ਨ ਕੱਢ ਰਹੇ ਹਾਂ, ਗਲੂਕੋਜ਼ ਦਾ, ਤੇ ਨੰਬਰ ਆਫ ਮੋਲਸ C6H12O6 ਨੰਬਰ moles of glucose upon number of moles of glucose plus number of moles of water। ਹੁਣ ਦੇਖੋ ਨੰਬਰ ਆਫ ਮੋਲਸ ਆਫ ਗਲੂਕੋਜ਼ ਕਿੰਨਾ ਕੱਢਣਾ ਹੈ, ਜੇ ਨੰਬਰ ਆਫ ਮੋਲਸ ਆਫ ਗਲੂਕੋਜ਼ ਕੱਢਣੇ ਆ C6H12, मतलब कि ਉਹਦਾ ਗਿਵਨ ਮਾਸ, ਠੀਕ ਹੈ, ਬਟਾ ਮੋਲਰ ਮਾਸ। ਗਿਵਨ ਮਾਸ ਕਿੰਨਾ ਦਿੱਤਾ ਹੋਇਆ ਗਲੂਕੋਜ਼ ਦਾ, ਗਲੂਕੋਜ਼ ਦਾ ਗਿਵਨ ਮਾਸ 18 ਆ, ਮੋਲਰ ਮਾਸ ਇਹਦਾ ਹੋਣਾ ਆ, ਜੇ ਆਪਾਂ ਕੱਢ ਲਈਏ 72, ਇਹ ਮੇਰੇ ਅਕੋਰਡਿੰਗ 180 ਹੁੰਦਾ ਹੈ, ਚੈੱਕ ਕਰ ਲਿਓ। ਠੀਕ ਹੈ, ਕਰ ਹੀ ਲੈਂਦੇ ਆ। 12 ਛੀਕ 72 ਜਮਾ 12 ਜਮਾ 16 ਛੀਕ 96, 6 4 10, ਠੀਕ ਆ, 10 11, ਹਾਂ ਠੀਕ ਆ, 180 ਹੁੰਦਾ ਆ। ਠੀਕ ਹੈ, ਇਹ ਆ ਗਿਆ, ਇਹਨੂੰ ਕੱਟ ਕੇ ਆ ਗਿਆ 0.1। ਗਲੂਕੋਜ਼ ਦੇ ਨੰਬਰ ਆਫ ਮੋਲਸ ਕਿੰਨੇ ਆ ਗਏ, ਇੰਨੇ। ਜੇ ਹੁਣ ਵਾਟਰ ਦੇ ਕੱਢਣੇ ਹੋਣ, ਵਾਟਰ ਦਾ ਆਣਾ ਗਿਵਨ ਮਾਸ ਉਹਦਾ ਕਿੰਨਾ ਦਿੱਤਾ ਹੋਇਆ 36, ਮੋਲਰ ਮਾਸ ਕਿੰਨਾ ਹੁੰਦਾ ਉਹਦਾ 18, ਕੱਟ ਕੇ ਕਿੰਨਾ ਆ ਗਿਆ 2 ਮੋਲਸ। ਜੇ ਹੁਣ ਆਪਾਂ ਉਹਦੇ ਮੋਲ ਫ੍ਰੈਕਸ਼ਨ ਕੱਢਣਾ, ਜਦੋਂ ਮੋਲ ਫ੍ਰੈਕਸ਼ਨ ਕੱਢਣਾ ਗਲੂਕੋਜ਼ ਦੇ ਉੱਪਰ ਰੱਖ ਲਓ 0.1 ਅਪੋਨ 0.1 ਪਲੱਸ 2 ਕਿੰਨਾ ਆ ਗਿਆ 0.1/2.1। ਇਹਨੂੰ ਹੁਣ ਸੋਲਵ ਕਰ ਲਿਓ। ਠੀਕ ਹੈ, ਮੇਰੇ ਕੋਲ ਕੈਲਕੂਲੇਟਰ ਨਹੀਂ ਹੈ, ਨਹੀਂ ਤਾਂ ਮੈਂ ਕਰ ਦੇਣਾ ਸੀਗਾ, ਬਟ ਤੁਸੀਂ ਖੁਦ ਇਹਨੂੰ ਕਰਨਾ ਹੈ, ਜਿੰਨਾ ਵੀ ਆਂਦਾ ਹੋਊਗਾ ਉਹਦੇ ਅਕੋਰਡਿੰਗ ਆਨਸਰ ਲਿਖ ਦਿਓ। ਠੀਕ ਹੈ, ਜੇ ਹੁਣ ਤੁਸੀਂ ਵਾਟਰ ਦੇ ਮੋਲ ਫ੍ਰੈਕਸ਼ਨ ਕੱਢਣੇ ਹੁੰਦੇ ਫਿਰ ਕੀ ਕਰਨਾ ਸੀ, ਨੰਬਰ ਆਫ ਮੋਲਸ ਵਾਟਰ ਉੱਪਰ, ਠੀਕ ਹੈ, ਬਟਾ ਗਲੂਕੋਜ਼ ਦੇ ਤੇ ਨੰਬਰ ਆਫ ਮੋਲਸ ਵਾਟਰ ਦੇ, ਇਹਦੇ 2 ਆ, ਬਟਾ 0.1 ਪਲੱਸ 2, 2/2.1। ਠੀਕ ਹੈ, ਇਹ ਇਹਦੇ ਮੋਲਸ ਹਨ, ਮੋਲ ਫ੍ਰੈਕਸ਼ਨ ਆ ਜਾਣਾ। ਠੀਕ ਹੈ, ਇਸ ਤਰ੍ਹਾਂ ਮੋਲ ਫ੍ਰੈਕਸ਼ਨ ਕੱਢਦੇ ਆ, ਬੜਾ ਸਿੰਪਲ ਜਿਹਾ ਮੈਥਡ ਆ। ਠੀਕ ਹੈ, ਜੇ ਤੁਸੀਂ ਧਿਆਨ ਨਾਲ ਕਰੋ ਤੇ ਕਾਫੀ ਸੌਖਾ ਆ। ਠੀਕ ਹੈ, ਤੇ ਉਹਦੇ ਬਾਅਦ ਵਿੱਚ ਆਪਾਂ ਇੱਕ ਨੂਮੈਰੀਕਲ ਇਸ ਤਰ੍ਹਾਂ ਦਾ ਕਰ ਲੈਂਦੇ ਹਾਂ, ਜਿਹਦੇ ਵਿੱਚ ਆਪਾਂ ਮੋਲੈਰਿਟੀ ਤੇ ਮੋਲ ਫ੍ਰੈਕਸ਼ਨ ਤਿੰਨੋਂ ਚੀਜ਼ਾਂ ਕੈਲਕੂਲੇਟ ਕਰਾਂਗੇ। ਠੀਕ ਹੈ, ਇੱਕ ਨੂਮੈਰੀਕਲ ਕਰ ਲੈਂਦੇ, ਉਹਦੇ ਨਾਲ ਤੁਹਾਨੂੰ ਕਾਫੀ ਕਲੈਰਿਟੀ ਆ ਜਾਣੀ ਹੈ। ਤਾਂ ਕੈਲਕੂਲੇਟ ਕਰਨੀ ਆਪਾਂ ਮੋਲੈਲਿਟੀ ਕੈਲਕੂਲੇਟ ਕਰਨੀ ਹੈ। ਠੀਕ ਹੈ, ਮੋਲੈਲਿਟੀ ਕੈਲਕੂਲੇਟ ਕਰਨੀ ਹੈ, ਮੋਲੈਰਿਟੀ ਵੀ ਕੈਲਕੂਲੇਟ ਕਰਨੀ ਹੈ, ਐਂਡ ਸੀ ਹੈਗਾ ਮੋਲ ਫ੍ਰੈਕਸ਼ਨ ਵੀ ਕੈਲਕੂਲੇਟ ਕਰਨਾ ਹੈ। ਮੋਲ ਫ੍ਰੈਕਸ਼ਨ ਆਫ पोटाशियम आयोडाइड। ठीक है, इफ डेंसिटी ऑफ %20 mass by mass aqueous solution is 1.202 ग्राम पर ml। ठीक है, ये वाला क्वेश्चन आप करना है की कैलकुलेट करना, मोलैलिटी कैलकुलेट करनी है, मोलैरिटी कैलकुलेट करनी है, मोल फ्रैक्शन भी कैलकुलेट करना है। पोटाशियम आयोडाइड का उन्होंने दिता की होया है 20% बाय मास दिता होया है। ठीक है, अगर 20% बाय मास दिता होया है मतलब कि सोल्यूशन पा के करिए टोटल मास ऑफ सोल्यूशन कितना दिता होया, मास ऑफ सोल्यूशन परसेंट मीनस 100 ਦੇ ਵਿੱਚੋਂ ਦਿੱਤਾ ਹੋਇਆ 100 ਗ੍ਰਾਮ ਦਿੱਤਾ ਹੋਇਆ, ਉਹਦੇ ਵਿੱਚੋਂ ਮਾਸ ਆਫ
पोटाशियम आयोडाइड का मास कितना आ? पोटाशियम आयोडाइड का मास होगा 20 ग्राम, ठीक है। तो मास ऑफ वाटर कितना आ जाना है? 100 चों माइनस करके 20 कितना आ गया? 80 ग्राम तुहाडे कोल वाटर है। इन्ना हो गया। वो बाद जे आप गल करिए मूलर मास कट लैने, ये भी लोड़ पैनी है। मूलर मास ऑफ KI पोटाशियम का 39 हुंदा आ, आयोडीन का हुंदा 127। ये करके आ गया कितना आ गया? 166। ओके, इन्ना आ गया। हुण देखो सब तो पहला आपां कैलकुलेट करनी आ मोलैलिटी। मोलैलिटी लई तां सौखा जिहा ही काम हुंदा। मोलैलिटी नूं आपां स्मॉल m दे नाल डिनोट करदे आ। फॉर्मूला तुहानूं मेरे नालों ज़्यादा पता आ। गिवन मास ऑफ सल्यूट बटा मोलर मास ऑफ सल्यूट इनटू 1000 अपॉन वेट ऑफ सॉल्वेंट नाल ग्राम नहीं मोल्स पर लीटर। यूनिट क्या आने? मोल्स पर KG सॉल्व हुआ, ठीक है। मोलैलिटी है तां करके मोल्स पर KG। हुण गिवन मास ऑफ सल्यूट कितना दिता होया है? ठीक है, WV दिता होया है, ये WA दिता होया है, ये MB दिता होया है, ठीक है। B नूं हर बार तुसीं सल्यूट लेना, A सॉल्वेंट है। WB 20 बटा मोलर मास 166 इंटू 1000 अपॉन 166। इनू कैलकुलेशन करके इहदा आ जांदा, ठीक है, 1.506 मोल पर KG इन्ना आ गया, ठीक है। इनू ये तुहाडे कोल की आ गई मोलैलिटी। जे हुण आपां मोलैरिटी कैलकुलेट करनी है, मोलैरिटी का तुहानूं पता ही है किहदे नाल डिनोट करदे हैं? कैपिटल M दे नाल। WB बटा MB इंटू 1000 अपॉन वेट ऑफ नहीं अपॉन वॉल्यूम इन ML। ये लगना ये यूनिट की आनी है मोल्स, मोल पर लीटर, ये यूनिट आनी है। बट देखो वॉल्यूम तो सानू दिता ही नहीं होया। इहदे नाल हिंट की दिता होया? इन्हें डेंसिटी दिती हुई है 1.202 ग्राम पर ML। डेंसिटी का फार्मूला क्या हुंदा? मास अपॉन वॉल्यूम। हुण जे इत्थों वॉल्यूम कढ़ना होगा क्या आ जाना? डेंस वॉल्यूम आ जाना मास अपॉन डेंसिटी। ये जिहड़ा मास यूज़ करना है तुसीं टोटल मास करना। टोटल मास ऑफ सोल्यूशन कितना? 100 अपॉन डेंसिटी। डेंसिटी कितनी दिती हुई? डेंसिटी नहीं है, डेंसिटी दिती हुई है 1.202, ठीक है। इनू कैलकुलेट करन तो बाद ये तुहाडा ग्राम सीगा ग्राम पर ML। ग्राम ना ग्राम कटिएगा, पर ML उपर चल गया साडा वॉल्यूम। अच्छा, साडा वॉल्यूम आ गया, देखो वॉल्यूम आ जाना सॉल्व करके 83.19 ml। वॉल्यूम देखो डेंसिटी नाल हर बार इदां ही कैलकुलेट करना है तुसीं। हुण मोलैरिटी गिवन मास 20 आ, मोलर मास 166 आ इंटू 1000 अपॉन 83.19। ओके, इनू सॉल्व करके जोड़ा आंसर आंदा पिया वो आंदा पिया 1.45 मोल पर लीटर, ठीक है। ये साडी आ गई मोलैरिटी। ते लास्ट आपां कैलकुलेट करना है मोल फ्रैक्शन ऑफ KI। मोल फ्रैक्शन ऑफ KI जिहदा मोल फ्रैक्शन कैलकुलेट करना आपां लिखना है काई दे नाल डिनोट करदे आ काई KI इज इक्वल टू NKI, मतलब नंबर ऑफ मोल्स ऑफ पोटाशियम आयोडाइड अपॉन नंबर ऑफ मोल्स ऑफ पोटाशियम आयोडाइड प्लस नंबर ऑफ मोल्स ऑफ वाटर। हुण नंबर ऑफ मोल्स जे पोटाशियम आयोडाइड दे कड्ढणे आ उहदा गिवन मास बाय मोलर मास। गिवन मास कितना आ?
ਗਿਵਨ ਮਾਸ ਇਹਦਾ ਸੀਗਾ 20, ਮੋਲਰ ਮਾਸ ਕਿੰਨਾ 166, ਇਹ ਆ ਜਾਂਦੇ ਆ 0.12 ਮੋਲ। ਠੀਕ ਹੈ। ਤੇ ਜੇ ਹੁਣ ਆਪਾਂ ਗੱਲ ਕਰੀਏ ਵਾਟਰ ਦੀ, ਵਾਟਰ ਦਾ ਗਿਵਨ ਮਾਸ ਕਿੰਨਾ ਦਿੱਤਾ ਹੋਇਆ ਹੈ 80 ਤੇ ਮੋਲਰ ਮਾਸ 18। ਠੀਕ ਹੈ, ਇਹ ਆਂਦਾ ਪਿਆ 44.44 ਮੋਲ। ਠੀਕ ਹੈ, ਇਹਨਾਂ ਦੋਨੋਂ ਵੈਲਿਊਜ਼ ਨੂੰ ਇੱਥੇ ਪੁੱਟ ਕਰੋ। ਨੰਬਰ ਆਫ ਮੋਲਸ ਕਿੰਨੇ ਆ 0.12 ਪਲੱਸ 4.44। ਸੋਲਵ ਕਰਕੇ ਕਿੰਨਾ ਆ ਜਾਣਾ 0.12 ਅਪੋਨ ਇਹ ਆ ਗਿਆ 4.56। ਇਹਨੂੰ ਕੈਲਕੂਲੇਟ ਕਰਕੇ ਇਹਦੇ ਆ ਜਾਂਦੇ 0.0263। ਇਹਦੇ ਯੂਨਿਟ ਕੋਈ ਨਹੀਂ ਆਣੇ ਕਿਉਂਕਿ ਕੀ ਆ ਇਹ ਮੋਲ ਫ੍ਰੈਕਸ਼ਨ ਆ। ਠੀਕ ਹੈ, ਇਸ ਤਰ੍ਹਾਂ ਬੱਚੇ ਇਹ ਜਿਹੜੇ ਸਾਡੇ ਨੂਮੈਰੀਕਲਸ ਆ ਸੋਲਵ ਹੁੰਦੇ ਆ, ਕਾਫੀ ਇੰਪੋਰਟੈਂਟ ਆ। ਠੀਕ ਹੈ, ਇਹਨਾਂ ਨੂੰ ਧਿਆਨ ਦੇ ਨਾਲ ਸਮਝ ਕੇ ਕਰੋ ਕਿਉਂਕਿ ਇਹ ਤੁਹਾਡੇ +2 ਦੇ ਵਿੱਚ ਵੀ ਕੰਮ ਆਣੇ ਆ। ਓਕੇ, ਆਲਮੋਸਟ ਕਾਫੀ ਮੈਂ ਨੂਮੈਰੀਕਲਸ ਤੁਹਾਨੂੰ ਕਾਫੀ ਤਾਂ ਨਹੀਂ ਕਰਵਾਏ, 8-10 ਹੀ ਕਰਵਾਏ ਹੋਣੇ ਆ। ਠੀਕ ਹੈ, ਬਟ ਜੇ ਆਪਾਂ ਸਮਝਣਾ ਹੋਵੇ ਚੰਗੀ ਤਰ੍ਹਾਂ ਤੇ ਸਾਡਾ ਇਹ 8-10 ਨੂਮੈਰੀਕਲਸ ਦੇ ਨਾਲ ਕੰਸੈਪਟ ਕਲੀਅਰ ਹੋ ਗਿਆ ਹੋਣਾ ਆ ਮੇਰੇ ਅਕੋਰਡਿੰਗ। ਠੀਕ ਹੈ, ਅਗਰ ਤੁਹਾਡਾ ਕੰਸੈਪਟ ਕਲੀਅਰ ਹੋ ਗਿਆ ਤੇ ਤੁਸੀਂ ਪ੍ਰੈਕਟਿਸ ਕਰੋ ਹੋਰ ਨੂਮੈਰੀਕਲਸ ਦੀ। ਠੀਕ ਹੈ, ਅਗਰ ਕੋਈ ਵੀ ਡਾਊਟ ਆਂਦਾ ਪਿਆ ਤੇ ਤੁਸੀਂ ਪੁੱਛ ਸਕਦੇ ਆ। ਓਕੇ ਬੱਚੇ, ਥੈਂਕ ਯੂ।